ਤਾਂ ਵੱਡੀ ਖਬਰ ਦਾ ਰੁਖ ਕਰਦੇ ਹਾਂ। ਕੈਬਨਿਟ ਦੇ ਵਿੱਚ ਫੇਰਬਦਲ ਦੀਆਂ ਚਰਚਾਵਾਂ ਦੇ ਵਿਚਾਲੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਨਿਊਜ਼ 18 ਤੇ ਬੋਲੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਿ ਅਹੁਦਾ ਜਾਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ। ਰੰਧਾਵਾ ਨੇ ਕਿਹਾ ਕਾਂਗਰਸ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ, ਮੈਂ ਕਾਂਗਰਸੀ ਹਾਂ ਤੇ ਕਾਂਗਰਸੀ ਹੀ ਅੱਗੇ ਹਮੇਸ਼ਾ ਰਹਾਂਗਾ। ਤਾਂ ਦੱਸ ਦਈਏ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਉਹਨਾਂ ਮੰਤਰੀਆਂ ਦੇ ਵਿੱਚ ਸ਼ਾਮਿਲ ਹੈ ਜਿਨ੍ਹਾਂ ਦੇ ਵੱਲੋਂ ਨਾਰਾਜ਼ਗੀ ਆਪਣੀ ਪਿਛਲੇ ਦਿਨਾਂ ਦੇ ਵਿੱਚ ਦਿਖਾਈ ਗਈ ਸੀ। ਸੁਖਜਿੰਦਰ ਸਿੰਘ ਰੰਧਾਵਾ ਦੇ ਵੀ ਬਾਕੀ ਤੇਵਰ ਨਜ਼ਰ ਆਏ ਸੀ, ਜਿਸ ਤੋਂ ਬਾਅਦ ਹੁਣ ਕੈਬਨਿਟ ਵਿਸਥਾਰ ਦੀਆਂ ਜਦੋਂ ਚਰਚਾਵਾਂ ਚੱਲ ਰਹੀਆਂ ਨੇ ਤਾਂ ਅਜਿਹੇ 'ਚ ਲੱਗ ਰਿਹਾ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਨਾਮ ਉਸ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ। ਜਿਹੀਆਂ ਕਿਆਸਰਾਈਆਂ ਚੱਲ ਰਹੀਆਂ ਸੀ, ਪਰ ਇਹਨਾਂ ਕਿਆਸਰਾਈਆਂ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੈਨੂੰ ਅਹੁਦਾ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ। ਮੇਰੀ ਵਜ਼ੀਰੀ ਜੇਕਰ ਚਲੀ ਵੀ ਜਾਂਦੀ ਹੈ, ਮੇਰੇ ਕੋ ਕੈਬਨਿਟ ਦਾ ਅਹੁਦਾ ਲੈ ਵੀ ਲਿਆ ਜਾਂਦਾ ਤਾਂ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਮੈਂ ਹਮੇਸ਼ਾ ਕਾਂਗਰਸੀ ਸੀ ਤੇ ਅੱਗੇ ਵੀ ਕਾਂਗਰਸੀ ਰਵਾਂਗਾ। ਕਾਂਗਰਸ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਚੱਲ ਰਹੀ ਹੈ ਜਦੋਂ ਰੀਸ਼ਫਲ ਦੀ ਗੱਲ ਹੁੰਦੀ ਹੈ ਤੇ ਇੱਕ ਚਰਚਾ ਚੱਲਦੀ ਹੈ ਵੀ ਸਭ ਤੋਂ ਪਹਿਲਾਂ ਇਹ ਕਲੇਸ਼ ਦੀ ਜੜ ਸੁਖਜਿੰਦਰ ਸਿੰਘ ਰੰਧਾਵਾ ਬਣੇ ਸੀ ਤੇ ਕਹਿੰਦੇ ਸੁਖਜਿੰਦਰ ਸਿੰਘ ਰੰਧਾਵਾ ਦਾ ਨੰਬਰ ਵੀ ਲੱਗ ਸਕਦਾ ਹੈ ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਇਹ ਵੀ ਹੋ ਸਕਦਾ ਕਿ ਮਹਿਕਮਾ ਸੱਜੇ ਖੱਬੇ ਹੋ ਜੇ। ਵੇਖੋ ਕਹਿੰਦੇ ਹੁੰਦੇ ਗੰਜੀ ਨਾਊ ਕੀ ਤੇ ਨਿਚੋੜੂ ਕੀ, ਤੇ ਸੁਖਜਿੰਦਰ ਸਿੰਘ ਰੰਧਾਵੇ ਕੋਲ ਮੰਤਰੀ ਵਜ਼ੀਰੀ ਵੀ ਚਲੀ ਜਾਓ ਤੇ ਭਾਵੇਂ ਮਹਿਕਮਾ ਚਲੇ ਜਾਏ, ਇਹਦੇ 'ਚ ਮੈਨੂੰ ਕੋਈ ਨਹੀਂ, ਮੇਰੇ ਮਨ ਤੇ ਕੋਈ ਅਸਰ ਨਹੀਂਗਾ। ਮੈਨੂੰ ਜੋ ਕਾਂਗਰਸ ਨੇ ਦਿੱਤਾ ਬਹੁਤ ਜ਼ਿਆਦਾ ਕੁਝ ਦਿੱਤਾ ਤੇ ਇਸ ਕਰਕੇ ਮੈਂ ਤਾਂ ਤੁਹਾਨੂੰ ਇੱਕ ਗੱਲ ਹੀ ਕਹਦੀ ਕਿ ਸੁਖਜਿੰਦਰ ਸਿੰਘ ਰੰਧਾਵੇ ਕੋਲ ਡਿਪਾਰਟਮੈਂਟ ਚਲਾ ਜਾਏ, ਮਿਨਿਸਟਰਸ਼ਿਪ ਚਲੀ ਜਾਏ, ਇਹਦੀ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੀ। ਮੇਰੇ ਲਈ ਕਾਂਗਰਸ ਸਭ ਕਾਂਗਰਸ ਅਕਾਲੀ ਵੱਖਰੇ ਨੇ ਜਿਹੜੀ ਸਾਡੇ ਤਾਂ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਜਿਨ੍ਹਾਂ ਨੇ ਕਿਹਾ ਕਿ ਜੇਕਰ ਮਹਿਕਮਾ ਮੇਰੇ ਕੋਲੋਂ ਚਲਾ ਵੀ ਜਾਂਦਾ ਹੈ ਤਾਂ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕਾਂਗਰਸ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਤੇ ਮੈਂ ਹਮੇਸ਼ਾ ਕਾਂਗਰਸੀ ਸੀ ਤੇ ਕਾਂਗਰਸੀ ਹੀ ਰਵਾਂਗਾ। ਅਹੁਦੇ ਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ। ਤਾਂ ਕੈਬਨਿਟ ਵਿਸਥਾਰ ਦੀਆਂ ਚਰਚਾਵਾਂ ਦੇ ਵਿਚਾਲੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਿਊਜ਼ 18 ਤੇ ਕਿਹਾ ਹੈ ਕਿ ਫਰਕ ਉਹਨਾਂ ਨੂੰ ਕੋਈ ਨਹੀਂ ਪੈਂਦਾ, ਅਹੁਦਾ ਰਵੇ ਜਾਂ ਚਲਾ ਜਾਵੇ। ਤਾਂ ਦੂਜੇ ਪਾਸੇ ਫੈਸਲੇ ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਵੱਡਾ ਫੈਸਲਾ ਪੰਜਾਬ ਕਾਂਗਰਸ ਤੇ ਕਿਸੇ ਵੀ ਵੇਲੇ ਆ ਸਕਦਾ ਹੈ। ਹਰੀਸ਼ ਰਾਵਤ 3-4 ਦਿਨਾਂ 'ਚ ਖੁਸ਼ਖਬਰੀ ਦੀ ਗੱਲ ਕਹਿ ਰਹੇ ਨੇ, ਯਾਨੀ ਕਿ ਸਭ ਕੁਝ ਤੈਅ ਹੋ ਚੁੱਕਾ ਹੈ, ਸਿਰਫ ਐਲਾਨ ਬਾਕੀ ਰਹਿ ਗਿਆ ਹੈ। ਇਸ ਸਭ ਦੇ ਵਿਚਾਲੇ ਜੋ ਸਭ ਤੋਂ ਵੱਡਾ ਅਹੁਦਾ ਹੈ ਜਾਂ ਸਭ ਤੋਂ ਵੱਡੀਆਂ ਨਜ਼ਰਾਂ ਜੋ ਟਿਕੀਆਂ ਹੋਈਆਂ ਨੇ ਉਹ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ, ਜੋ ਇਸ ਵੇਲੇ ਸੁਨੀਲ ਜਾਖੜ ਨੇ। ਪਰ ਬਦਲਣ ਦੀਆਂ ਚਰਚਾਵਾਂ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਕਿ ਪ੍ਰਧਾਨ ਬਦਲ ਕੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਲਗਾਇਆ ਜਾ ਸਕਦਾ ਹੈ, ਕਿਉਂਕਿ ਸਿੱਧੂ ਨੇ ਡਿਪਟੀ ਸੀਐਮ ਦੇ ਆਫਰ ਨੂੰ ਤਾਂ ਖੁਦ ਠੁਕਰਾ ਦਿੱਤਾ ਸੀ, ਪਰ ਪ੍ਰਧਾਨਗੀ ਦੇ ਲਈ ਸਿੱਧੂ ਵੀ ਕਿਤੇ ਨਾ ਕਿਤੇ ਜ਼ਰੂਰ ਦਿਲਚਸਪ ਨਜ਼ਰ ਆ ਰਹੇ ਨੇ। ਤਾਂ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਹੀ ਕੋਈ ਫੈਸਲਾ ਵੱਡਾ ਜਲਦ ਆ ਸਕਦਾ ਹੈ। ਦੂਜੇ ਪਾਸੇ ਕੈਬਨਿਟ ਦੇ ਵਿੱਚ ਫੇਰਬਦਲ ਤੇ ਵੀ ਆਖਰੀ ਮੁਹਰ ਕਹਿੰਦੇ ਨੇ ਕਿ ਲੱਗ ਚੁੱਕੀ ਹੈ, ਸਿਰਫ ਅਧਿਕਾਰਤ ਐਲਾਨ ਹੋਣਾ ਬਾਕੀ ਹੈ। ਤਾਂ ਕਿਸ ਦੀ ਪ੍ਰਮੋਸ਼ਨ ਹੁੰਦੀ ਹੈ, ਕਿਸ ਦੀ ਡਿਮੋਸ਼ਨ ਹੁੰਦੀ ਹੈ, ਕੌਣ ਅੰਦਰ ਆਉਂਦਾ ਹੈ, ਕੌਣ ਬਾਹਰ ਜਾਂਦਾ ਹੈ, ਇਸ ਤੇ नजर लगातार बनी हुई है। पंजाब के विषय में आप खुशखबरी सर, क्या खुशखबरी होगी? आपके एजेंडा से पंजाब को बाहर निकाल देंगे और वहाँ फिर क्या खुशखबरी नवजोत सिंह सिद्धू के लिए खुशखबरी होगी या कैप्टन अमरिंदर सिंह के लिए? सर, सारे कांग्रेस के लिए खुशखबरी होगी। अच्छा, जब हम खुशखबरी कहते हैं तो उसमें हम अपने रैंक एंड फाइल को सम्मिलित करते हैं। हाँ। तो हमारे पूरे रैंक एंड फाइल के लिए खुशखबरी। राहुल जी एक नेशनल लीडर है, उनसे लोग कई तरीके के लोग मिलते हैं और अपनी बात करते हैं। वो भी कई अलग अलग लोगों से भी इनपुट लेते होंगे। उसका मतलब ये नहीं है कि प्रशांत किशोर यहाँ आए तो वो पंजाब के विषय में नेगोशिएट करने के लिए आए या पंजाब के विषय में बात करने के लिए आए। पंजाब के विषय में जो भी बात करेगा लीडरशिप से वो एक हरीश रावत नाम का व्यक्ति करेगा, जिस समय एज जनरल सेक्रेटरी। एक दिन 4 बातें कही। एक तो बरगाड़ी का इशू कहा, उस इशू पे हमारे उनके और कैप्टन के सेंटिमेंट एक है। दूसरी बात नवजोत सिंह सिद्धू ने जो है ड्रग माफिया, इस बात को कहा कि ड्रग माफिया के खिलाफ एक्शन होना चाहिए। उसमें भी वी आर ऑन सेम वेवलेंथ। अब मुश्किल ये है कि सिद्धू का अपना अंदाजे बयां है, कुछ जी अपना तरीका है कहने का। अब उस तरीके को मैं मॉडिफाई करने के लिए सक्षम नहीं।
ਤਾਂ ਪੰਜਾਬ ਕਾਂਗਰਸ ਦੇ ਵੱਡੇ ਫੈਸਲੇ ਤੇ ਵੱਡਾ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ। ਪੰਜਾਬ ਕਾਂਗਰਸ ਨੂੰ ਲੈ ਕੇ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਾਈ ਕਮਾਨ ਨੇ ਬਲੂਪ੍ਰਿੰਟ ਤਿਆਰ ਕਰ ਲਿਆ ਹੈ। ਹੁਣ ਸਿਰਫ ਅਧਿਕਾਰਤ ਐਲਾਨ ਬਾਕੀ ਹੈ। ਅਗਲੇ 3-4 ਦਿਨਾਂ ਦੇ ਵਿੱਚ ਇਹ ਐਲਾਨ ਹੋਵੇਗਾ। ਸੰਗਠਨ ਤੋਂ ਲੈ ਕੇ ਕੈਬਨਿਟ ਦੇ ਵਿੱਚ ਜੋ ਵੱਡੇ ਫੇਰਬਦਲ ਹੋਣੇ ਨੇ, ਪ੍ਰਧਾਨਗੀ ਨੂੰ ਲੈ ਕੇ ਜੋ ਚਰਚਾਵਾਂ ਚੱਲ ਰਹੀਆਂ ਨੇ, ਨਵਜੋਤ ਸਿੰਘ ਸਿੱਧੂ ਦਾ ਨਾਮ ਜੋ ਤਕਰੀਬਨ ਕਿਹਾ ਜਾ ਰਿਹਾ ਹੈ ਕਿ ਫਾਈਨਲ ਹੈ, ਉਸ ਦਾ ਐਲਾਨ ਹੋਣਾ ਬਾਕੀ ਹੈ। ਇਸ ਨੂੰ ਲੈ ਕੇ ਹੋਰ ਕੀ ਕੁਝ ਜਾਣਕਾਰੀ ਹੈ, ਸਿੱਧਾ ਰੁਖ ਕਰਦੇ ਹਾਂ। ਪੰਕਜ ਕਪਾਹੀ ਸਾਡੇ ਸਹਿਯੋਗੀ ਜੁੜੇ ਹੋਏ ਨੇ, ਰਵੀ ਮਿश्रा ਦਿੱਲੀ ਤੋਂ ਸਾਡੇ ਸਹਿਯੋਗੀ जुड़े ने ते राजीव शर्मा अमृतसर तो जुड़े ने। ता पंकज लगभग कहते ने खाका तैयार हो गया है, सिर्फ ऐलान बाकी है। की कुछ जानकारी फिलहाल होर निकल के सामने आ रही है, कितना होर इंतजार ते की कुछ नवीं गल्लां? देखो पिछले समय तो ये पूरा मामला लटकिया होया। पहला हरीश रावत होरां ने कहा सी कि जुलाई के पहले हफ्ते जी पिक्चर साफ हो जाएगी, फिर क्या आज तो 10 तारीख तक पिक्चर जी साफ हो जाएगी, फैसला आ जाएगा। ये देरी क्यों हो रही है? देरी होने की सब तो वड्डी वजह है नवजोत सिंह सिद्धू, क्योंकि सिद्धू प्रधान बनन कैप्टन अमरिंदर सिंह नूं ये मंजूर नहीं है। कैप्टन अमरिंदर सिंह और कुछ जिहड़े कांग्रेस के लीडर ने वो चाहते हैं कि हिंदू चेहरा जिहड़ा वह प्रधान होना चाहिए वै, दलित चेहरे नूं थां दित्ती जानी चाहिए है। इस करके ये रेड़का जिहड़ा वो बनिया होया। दूजे पासे प्रियंका गांधी लगातार नवजोत सिंह सिद्धू की हिमायत कर रहे हैं और इसे वजह करके एक आपसी सहमति अजे तक नहीं बन पाई। कल भी 1.5 घंटे के करीब मीटिंग चली, उत्थे भी प्रशांत किशोर ने अपनी फीडबैक जी है पंजाब नूं लैके एक पूरे कास्टिज्म नूं लैके दी और हरीश रावत अपनी फीडबैक दे चुके हैं। तो अजिहे च हाईकमान के सामने भी एक वड्डी चुनौती है, क्योंकि कैप्टन अमरिंदर सिंह ने तो यह कह दिता कि पार्टी आला कमान जो भी फैसला लेगी उन्होंने मंजूर होएगा। ये पार्टी आला कमान नूं सारी ग्राउंड रिपोर्ट जी वो दस दी है। तो सिद्धू प्रधान बनन और उस तो बाद ये ना होवे कि रवनीत सिंह बिट्टू, गुरजीत औजला, जसबीर सिंह डिंपा, परनीत कौर ये सारे जी उसकी खिलाफत करन, वो बागी हो जान। तो इस वजह करके पार्टी च थोड़ा जिहा समा लग रहा है। हालांकि सिद्धू प्रधान बनन ये क्यासराइयां बहुत तेजी के नाल अगे निकल के सामने आई ने। जो सिद्धू ने कहता कि डिप्टी सीएम बनना नहीं, कैंपेन कमेटी का चेयरमैन बनना नहीं, तो फिर उहदा एक ही बजदा है। अगर सिद्धू नूं 2022 दे विच कांग्रेस दे नाल रखना है तो वो उहदा वह प्रधानगी नूं लैके ताकि कैप्टन अमरिंदर सिंह नूं मनाया जाएगा, या फिर ये होएगा कि सारी पावर सिद्धू नूं देण दी बजाए 2 एक्टिंग प्रेजिडेंट जिहड़े ने वो नाल लगा दिते जाने, एक हिंदू एक दलित। ये फॉर्मूला तैयार किया जाए। हिंदू चेहरा कौन होएगा? विजेंद्र सिंगला प्रधान बनना नहीं चाहते, हिंदू चेहरा विजेंद्र सिंगला का नाम भी दिता, मनीष तिवारी का नाम दिता कि वो एक्टिंग प्रेजिडेंट बन जाए। मनीष तिवारी राहुल गांधी की पसंद नहीं ने, तो इसे करके कितना किते ये रेड़का बनया होया। अंबिका सोनी भी कोशिश कर रहे हैं कि इस रेड़के नूं खत्म किया जाए और इसे वजह करके देरी जी हो रही है। हालांकि हुण हरीश रावत होरां ने जो कल मीटिंग की, उन्होंने कहा अगले 2-3 दिनों ऐलान हो जाएगा। तो 2-3 दिन अज या कल दे ऐलान हुंदा है तो पिक्चर होर ज़्यादा साफ हो जाएगी। लेकिन सवाल ये भी है कि अगर सिद्धू नूं प्रधान लगा भी दिता जाता है तो की रेड़का खत्म हो जाएगा, कि कांग्रेस के अंदर जो कलेश मचिया है वो खत्म हो जाएगा। उस वेले जदों ये कहा जा रहा है कि सोर्सिस से जानकारी दे रहे हैं कि पहला प्रधान बदलिया जाएगा, उस दे नाल संगठन के पूरे डिस्ट्रिक्ट प्रेजिडेंट पूरा एक संगठन तैयार किया जाएगा। उस तो बाद कैप्टन अमरिंदर सिंह तय करेंगे कि कैबिनेट रिशफल किस तरीके ना करना है, कैबिनेट किस की एंट्री करनी है, किसनों बाहर का राह दिखाना है, किस तरीके ना कॉम्बीनेशन तैयार करना है। क्योंकि 4-5 मंत्री जिहड़े ने वो नाराज सके। 4-5 मंत्रियों चो एक नाम सुखजिंदर रंधावा का भी है और रंधावा होरां ने कहा कि मेरा अगर उहदा भी चला गया तो मैनू इसकी परवाह नहीं है। थोड़ी देर पहले न्यूज़ 18 से सुखजिंदर रंधावा होरी जुड़े सी। तो चर्चा ये भी है, सोर्सिस जानकारी ये भी दे रहे हैं कि 5 मंत्रियों ने कहा है कि अगर किसी की छुट्टी हुंदी है, अगर कैबिनेट चो 5 मंत्रियों चो कोई बाहर का राह दिखाया जाता है तो फिर 5 इस्तीफा देंगे। तो इस वजह करके अजे कैबिनेट को लेके भी कैप्टन अमरिंदर सिंह ने कोई फैसला नहीं लिता। वो दिल्ली के फैसले का इंतजार कर रहे हैं कि प्रधान किनू लगाया जाता, उस तो बाद ही कैप्टन अमरिंदर सिंह कैबिनेट को लैके फैसला करेंगे। बिल्कुल पंकज, ਤਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਕਹਿ ਦਿੱਤਾ ਹੈ ਕਿ ਮੈਨੂੰ ਅਹੁਦਾ ਚਾਹਣ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਨਾਲ ਇਹ ਵੀ ਕਹਿ ਦਿੱਤਾ ਹੈ ਕਿ ਪ੍ਰਧਾਨ ਬੇਸ਼ੱਕ ਨਵਜੋਤ ਸਿੰਘ ਸਿੱਧੂ ਲੱਗਣ ਜਾਂ ਫਿਰ ਕੋਈ ਹੋਰ। ਪੁਰਾਣੇ ਮਤਭੇਦ ਕਹਿੰਦੇ ਭੁੱਲ ਕੇ ਫਿਰ ਨਵੇਂ ਪ੍ਰਧਾਨ ਨੂੰ ਤਾਂ ਅਸੀਂ ਉਸੇ ਤਰੀਕੇ ਦੇ ਨਾਲ ਸਪੋਰਟ ਕਰਾਂਗੇ ਤੇ ਉਮੀਦ ਕਰਦੇ ਹਾਂ ਕਿ ਪ੍ਰਧਾਨ ਵੀ ਉਸੇ ਤਰੀਕੇ ਦੇ ਨਾਲ ਪੂਰੀ ਕਾਂਗਰਸ ਨੂੰ ਸਪੋਰਟ ਕਰੇਗਾ, ਫਿਰ ਚਾਹੇ ਉਹ ਸਿੱਧੂ ਹੋਣ ਜਾਂ ਫਿਰ ਕੋਈ ਹੋਰ ਹੋਵੇ। रवि मिश्रा साडे सहयोगी जुड़े हुए ने दिल्ली तो रवि लगातार हालांकि चर्चाएं तो लंबे समय से चल रही थी, लेकिन अब फैसले की घड़ी है। इंतजार सबको है कि क्या फैसला हाईकमान की ओर से लिया जाता है, क्या कुछ नई जानकारी मिल पा रही है, कब तक ऐलान किया जा सकता है? बिल्कुल ठीक फरमाया आपने कि फैसले की घड़ी है और इंतजार के कुछ ही दिन बचे हुए हैं। सौगात आने वाली है पंजाब कांग्रेस को।
इस सौगात में किसको सौगात मिलेगी और किसके हाथ खाली रहेंगे ये तो आने वाला वक्त ही तय करेगा। मगर आपको बता दूं कि कल की जो बैठक हुई है राहुल गांधी के घर पर, उनके गलियारों से जब ये खबर निकल कर बाहर आई कि 2 से 3 दिन में सब कुछ ठीक हो जाएगा, संगठन की रूपरेखा ब्लूप्रिंट तैयार कर लिया गया है, किसको क्या मिलेगा, किसके पास से क्या जाएगा, क्या बदलाव होगा, तमाम चीज़ों को तलाश लिया गया है और नियमित रूप से उसको तय कर लिया गया है। बस इंतज़ार है कि वो फरमान कब जारी होगा और फरमान के बाद क्या कुछ राजनीतिक घटना घटती है, क्या सब कुछ समन्वय बना रहेगा या फिर और बिगड़ जाएगा, इस पे भी संशय बना हुआ है। क्योंकि आलाकमान पुरजोर कोशिश कवायद में लगी हुई है कि जल्द से जल्द चुनाव से पहले मामला दुरुस्त कर लिया जाए। ये मनमुटाव, ये मतभेद वक्त रहते ही अगर दूर ना किया जाए तो चुनाव में इसके भारी परिणाम कांग्रेस को दिखने को मिल सकते हैं। शायद यही वजह है कि आलाकमान लगातार बैठक पर बैठक कर रहा है और अपनी टीम को संगठित करना चाहता है ताकि आने वाले चुनाव में कदम से कदम मिलाकर कांग्रेस अपनी रणनीति तैयार कर सके। शायद यही वजह थी कि प्रशांत किशोर कल पहुंचते हैं राहुल गांधी के यहाँ, प्रियंका गांधी होती हैं, वेणुगोपाल मौजूद होते हैं, कांग्रेस प्रदेश प्रभारी हरीश रावत वहाँ मौजूद होते हैं। सकारात्मक बॉडी लैंग्वेज, हरीश रावत बाहर निकलते हैं, सवाल होता है, जवाब में एक ही उत्तर मिलता है, सब कुछ ठीक हो जाएगा, खुशखबरी मिलने वाली है। सिद्धू के बयान पे कहते हैं कि सिद्धू का अंदाजे बयान ही कुछ ऐसा है, मगर खुशखबरी सबके लिए है तो फिर सिद्धू के लिए भी होगी। तो जाहिर सी बात है, अगर सिद्धू को खुशखबरी मिलेगी तो वो क्या मिलेगी, क्या उनको प्रदेश अध्यक्ष बनाया जाएगा या फिर कुछ और जिम्मेदारी, कुछ और समन्वय बनेगा, देखने वाली बात होगी। मगर इंतज़ार करना होगा 2 से 3 दिनों में कि क्या आलाकमान के गलियारों से क्या खबर निकल कर आती है और पंजाब कांग्रेस की राजनीति पर इसका क्या प्रभाव पड़ता है, वक्त तय करेगा। जी बिल्कुल रवि, तो फिलहाल वो वक्त कितने दिनों में आता है इसका इंतजार सबको है। राजीव साडे सहयोगी अमृतसर तो जुड़े हुए ने। तो राजीव, लगातार जिस तरीके दे नाल खबरां काफी समय तो आईयां क्योंकि विवाद काफी लंबा चल गया, कलेश काफी लंबा चल गया, इंतजार यही सी कि आखिरकार खत्म कदों होवेगा क्योंकि इस दे नाल नुकसान कांग्रेस नूं दूजे पासे ये भी हो रहा सी कि विरोधी पार्टियां तां अपने आप नूं मजबूत करन च लग गईयां ने पर कांग्रेस इस कलेश दे विच उलझ के ही रह गई है। जी देखो, सब तो ਵੱਡਾ ਸਵਾਲ ਇਹ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਕੋਈ ਜ਼ਿੰਮੇਵਾਰੀ ਮਿਲਦੀ ਹੈ ਤਾਂ ਜੋ ਚਰਚਾਵਾਂ ਨੇ ਆਮ ਲੋਕਾਂ ਦੇ ਵਿੱਚ, ਸਿਆਸੀ ਪਾਰਟੀਆਂ ਦੇ ਵਿੱਚ ਕਿ ਕਾਂਗਰਸ ਖੇਰੂ ਹੋ ਜਾਵੇਗੀ, ਕਾਂਗਰਸ ਦੇ ਜਿਹੜੇ ਐਮਐਲਏ ਨੇ ਉਹ ਆਪਣੇ ਵੱਖਰੇ ਧੜੇ। ਤਾਂ ਇੱਥੇ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਕਾਂਗਰਸ ਦੇ ਵਿੱਚ ਧੜੇਬੰਦੀ ਕੋਈ ਨਵੀਂ ਗੱਲ ਨਹੀਂ। ਹੁਣ ਤੱਕ ਕੈਪਟਨ ਧੜਾ, ਭੱਠਲ ਧੜਾ, ਬਾਜਵਾ ਧੜਾ, ਤਾਂ ਇਹ ਧੜੇ ਪਹਿਲਾਂ ਵੀ ਜਿਹੜੇ ਨੇ ਉਹ ਸਾਹਮਣੇ ਆਉਂਦੇ ਰਹੇ ਨੇ। ਪਰ ਜਦੋਂ ਗੱਲ ਚੋਣਾਂ ਦੀ ਹੁੰਦੀ ਹੈ, ਜਦੋਂ ਗੱਲ ਟਿਕਟਾਂ ਦੀ ਹੁੰਦੀ ਹੈ ਤਾਂ ਇਹ ਸਾਰੇ ਧੜੇ ਇਕੱਠੇ ਹੁਣ ਤੱਕ ਨਜ਼ਰ ਆਉਂਦੇ ਰਹੇ ਨੇ। ਤਾਂ ਹੁਣ ਵੀ ਅਜਿਹੀ ਕੋਈ ਵੀ ਗੱਲ ਨਹੀਂ ਕਿਉਂਕਿ ਪਾਰਟੀਆਂ ਜਿਹੜੀਆਂ ਨੇ ਉਹ ਇੱਕ ਜਿਹੜਾ ਸੰਗਠਨ ਜਦੋਂ ਤਿਆਰ ਕੀਤਾ ਜਾਂਦਾ ਤਾਂ ਬਹੁਤ ਸਾਰੇ ਸਰਵੇ ਕੀਤੇ ਜਾਂਦੇ ਨੇ, ਬਹੁਤ ਕੁਝ ਸੋਚਿਆ ਜਾਂਦਾ। ਤਾਂ 2022 ਨੂੰ ਜੇਕਰ ਅਸੀਂ ਮੁੱਖ ਰੱਖਦੇ ਹਾਂ ਤਾਂ ਬਾਕੀ ਜਿੰਨੀਆਂ ਵੀ ਸਿਆਸੀ ਪਾਰਟੀਆਂ ਸੀ ਉਹਨਾਂ ਦੀ ਅਕਾਲੀ ਦਲ ਨੂੰ ਛੱਡ ਕੇ ਜਾਂ ਬੀਜੇਪੀ, ਕਿਉਂਕਿ ਹਾਲੇ ਕਿਸਾਨਾਂ ਵੱਲੋਂ ਲਗਾਤਾਰ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ, ਤਾਂ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਭ ਤੋਂ ਜ਼ਿਆਦਾ ਨਜ਼ਰ ਜਿਹੜੀ ਆ ਉਹ ਟਿਕੀ ਹੋਈ ਸੀ ਨਵਜੋਤ ਸਿੰਘ ਸਿੱਧੂ ਤੇ। ਤਾਂ ਕੱਲ ਸਿੱਧੂ ਨੇ, ਜਦੋਂ ਤੁਸੀਂ ਟਾਈਮਿੰਗ ਦੇਖੋ ਕਿ ਜਿਸ ਵੇਲੇ ਇੱਕ ਬੈਠਕ ਜਿਹੜੀ ਰਾਹੁਲ ਗਾਂਧੀ ਦੇ ਘਰ ਦੇ ਵਿੱਚ ਹੁੰਦੀ ਹੈ, ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ 2 ਟਵੀਟ ਕਰਦੇ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਜਿਹੜੀ ਲੀਡਰਸ਼ਿਪ ਹੈ ਉਹ ਸਿੱਧੂ ਦੀ ਤਾਰੀਫ ਕਰਦੀ ਹੋਈ ਨਜ਼ਰ ਆ ਰਹੀ। ਉਹਦੇ ਵਿੱਚ ਉਹਨਾਂ ਨੇ ਇਹ ਸਪਸ਼ਟ ਕੀਤਾ ਕਿ ਫਿਲਹਾਲ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਜਾਣ ਦੇ ਸੰਕੇਤ ਸੀ ਜਾਂ ਜਾਣ ਦੀਆਂ ਜਿਹੜੀਆਂ ਚਰਚਾਵਾਂ ਸੀ ਉਹਨਾਂ ਤੇ ਉਹਨਾਂ ਵੱਲੋਂ ਫੁੱਲ ਸਟਾਪ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਤਾਂ ਜਿਹੜੀ ਹੁਣ ਐਲਾਨ ਦੀ ਗੱਲ ਕਹੀ ਜਾ ਰਹੀ ਹੈ, ਸਾਡੇ ਜਿਹੜੇ ਸੋਰਸਿਸ ਨੇ ਉਹ ਇਹ ਗੱਲ ਕਨਫਰਮ ਕਰ ਚੁੱਕੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਿਆ ਜਾਣਾ। ਸਿਰਫ ਤੇ ਸਿਰਫ ਹੁਣ ਐਲਾਨ ਕਿਸ ਵੇਲੇ ਕੀਤਾ ਜਾਣਾ ਇਸ ਗੱਲ ਦਾ ਇੰਤਜ਼ਾਰ ਕੀਤਾ ਜਾ ਰਿਹਾ। ਫਿਲਹਾਲ ਜੋ ਹੈ ਇਹ ਗੱਲ ਕਹੀ ਜਾ ਰਹੀ ਸੀ ਕਿ ਅੱਜ ਦੁਪਹਿਰ ਵੇਲੇ, ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਸ਼ਾਮ ਵੇਲੇ ਵੀ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਜਾ ਸਕਦੀ ਹੈ। ਤਾਂ ਸਿਰਫ ਤੇ ਸਿਰਫ ਇੰਤਜ਼ਾਰ ਕੀਤਾ ਜਾ ਰਿਹਾ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਵੀ ਤਰੀਕੇ ਦੇ ਨਾਲ ਪਾਰਟੀ ਨਜ਼ਰ ਅੰਦਾਜ਼ ਨਹੀਂ ਕਰ ਸਕਦੀ, ਉਹਨਾਂ ਨੂੰ ਭਰੋਸੇ ਦੇ ਵਿੱਚ ਲਿਆ ਗਿਆ। ਤੁਸੀਂ ਦੇਖੋ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਟਵੀਟ ਆ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਾਂ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਜਿਹੜੇ ਸਵਾਲ ਖੜੇ ਕੀਤੇ ਜਾਂਦੇ ਸੀ, ਉਹ ਵੀ ਪਿਛਲੇ ਕੁਝ ਦਿਨਾਂ ਤੋਂ ਬੰਦ ਨੇ। ਤਾਂ ਸਾਫ਼ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਦੀ ਹਾਈ ਕਮਾਨ ਵੱਲੋਂ ਕੈਪਟਨ ਰਾਜੀਵ ਦਾ ਟਵੀਟ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵੀ ਕੱਟੇ ਨੇ ਤੇ ਟਵੀਟ ਜੋ ਨਵੇਂ ਕੀਤੇ ਗਏ ਨੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ, ਉਹਨਾਂ ਤੋਂ ਇਹ ਵੀ ਚੀਜ਼ ਨਵਜੋਤ ਸਿੰਘ ਸਿੱਧੂ ਨੇ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਨਿਸ਼ਾਨੇ ਤੇ ਉਹਨਾਂ ਦੇ ਸਿਰਫ ਅਕਾਲੀ ਦਲ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਾਣ ਦਾ ਕੋਈ ਇਰਾਦਾ ਉਹਨਾਂ ਦਾ ਨਹੀਂ ਹੈ। ਸ਼ੁਕਰੀਆ ਰਾਜੀਵ।
फिलहाल इस तमाम जानकारी ਲਈ रवि मिश्रा ਸਾਡੇ सहयोगी जुड़े दिल्ली तो रवि ਤੁਹਾਡਾ भी शुक्रिया, पंकज कपाही जुड़े चंडीगढ़ तो पंकज ਤੁਹਾਡਾ भी शुक्रिया इस तमाम जानकारी ਦੇ ਲਈ। ਤਾਂ ਫਿਲਹਾਲ ਜੋ ਵੱਡੇ ਫੈਸਲੇ ਦਾ ਵੱਡਾ